Hello and welcome back to my YouTube channel with another video. My name is Amrinder. So आज ਦੀ ਇਸ ਵੀਡੀਓ ਦੇ ਵਿੱਚ ਜਾਣਾਂਗੇ ਕਿ ਆਲਸ ਦੇ ਵਿੱਚ ਕਿਹੜੇ-ਕਿਹੜੇ 4 ਪਾਰਟਸ ਹੁੰਦੇ ਆ ਤੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਅਸੀਂ ਦੇਖਣੀਆਂ ਹੁੰਦੀਆਂ ਐਂਡ ਕਿਵੇਂ ਅਸੀਂ ਉਸ ਪੇਪਰ ਨੂੰ ਅਟੈਂਪਟ ਕਰਨਾ ਹੁੰਦਾ। ਸੋ ਆਲਸ ਦੀ ਆਪਾਂ ਨੂੰ ਫੁੱਲ ਫਾਰਮ ਤਾਂ ਪਤਾ ਹੀ ਹੈ, ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਜਿਹਦੇ ਵਿੱਚ ਟੈਸਟ ਕੀਤੀ ਜਾਂਦੀ ਹੈ ਸਾਡੀ ਇੰਗਲਿਸ਼ ਲੈਂਗੁਏਜ ਕਿ ਸਾਨੂੰ ਇੰਗਲਿਸ਼ ਕਿੰਨੀ ਕੁ ਆਉਂਦੀ ਹੈਗੀ ਹੈ ਤਾਂ ਕਿ ਅਸੀਂ ਬਾਹਰਲੀਆਂ ਕੰਟਰੀਜ਼ ਦੇ ਵਿੱਚ ਜਾ ਕੇ ਈਜ਼ੀਲੀ ਸਰਵਾਈਵ ਕਰ ਸਕੀਏ, ਉੱਥੇ ਲੋਕਾਂ ਨਾਲ ਗੱਲਬਾਤ ਕਰ ਸਕੀਏ ਐਂਡ ਜਿਸ ਪਰਪਸ ਲਈ ਵੀ ਅਸੀਂ ਬਾਹਰ ਜਾ ਰਹੇ ਹਾਂ ਉਹ ਪਰਪਸ ਦੇ ਵਿੱਚ ਸਾਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ। ਸੋ ਆਲਸ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ 2 ਤਰ੍ਹਾਂ ਦੇ ਵਰਜ਼ਨਸ ਹੁੰਦੇ ਨੇ, ਐਕੈਡੈਮਿਕ ਵਰਜ਼ਨ ਐਂਡ ਜਰਨਲ ਵਰਜ਼ਨ। ਸੋ ਅਸੀਂ ਐਕੈਡੈਮਿਕ ਵਰਜ਼ਨ ਦੀ ਅਸੀਂ ਗੱਲ ਕਰਾਂਗੇ। ਐਕੈਡੈਮਿਕ ਵਰਜ਼ਨ ਦੇ ਵਿੱਚ ਸਾਡੀਆਂ 4 ਸਕਿੱਲਸ ਨੂੰ ਜੱਜ ਕੀਤਾ ਜਾਂਦਾ ਹੈ, ਜਿਹੜੇ ਕਿ 4 ਪਾਰਟਸ ਦੇ ਵਿੱਚ ਇਸ ਟੈਸਟ ਨੂੰ ਡਿਵਾਈਡ ਕੀਤਾ ਜਾਂਦਾ ਹੈ। ਸੋ ਫਰਸਟ ਪਾਰਟ ਹੁੰਦਾ ਹੈ ਜੀ ਲਿਸਨਿੰਗ, ਸੈਕੰਡ ਵਨ ਇਜ਼ ਰੀਡਿੰਗ, ਥਰਡ ਵਨ ਇਜ਼ ਰਾਈਟਿੰਗ ਐਂਡ ਫੋਰਥ ਵਨ ਇਜ਼ ਸਪੀਕਿੰਗ। ਇਹ ਜ਼ਰੂਰੀ ਨਹੀਂ ਹੈਗਾ ਕਿ ਪਹਿਲੇ ਨੰਬਰ ਤੇ ਲਿਸਨਿੰਗ ਹੀ ਹੈ, ਇਹਨੂੰ ਤੁਸੀਂ ਕਿਸੇ ਕਿਵੇਂ ਵੀ ਇਹਨੂੰ ਮੈਨੇਜ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਅਸੀਂ ਲਿਸਨਿੰਗ ਦੀ ਜੇ ਗੱਲ ਕਰੀਏ, ਲਿਸਨਿੰਗ ਦਾ ਟੈਸਟ ਕਿਉਂ ਲਿੱਤਾ ਜਾਂਦਾ ਜਾਂ ਲਿਸਨਿੰਗ ਸਕਿੱਲ ਕਿਉਂ ਜੱਜ ਕੀਤੀ ਜਾਂਦੀ ਹੈ। ਲਿਸਨਿੰਗ ਮੀਨਸ ਕਿ ਉਹ ਜੱਜ ਕਰਦੇ ਨੇ ਕਿ ਸਾਨੂੰ ਕਿੰਨਾ ਕੁ ਉਹਨਾਂ ਦੀ ਲੈਂਗੁਏਜ ਸਮਝ ਆਉਂਦੀ ਆ, ਅਸੀਂ ਕਿੰਨਾ ਕੁ ਉਹਨਾਂ ਦੀ ਲੈਂਗੁਏਜ ਨੂੰ ਅੰਡਰਸਟੈਂਡ ਕਰ ਸਕਦੇ ਹਾਂ ਐਂਡ ਕਿੰਨਾ ਕੁ ਸਮਝ ਸਕਦੇ ਹਾਂ। ਸੈਕਿੰਡ ਵਨ ਇਜ਼ ਰੀਡਿੰਗ। ਰੀਡਿੰਗ ਦੇ ਵਿੱਚ ਉਹ ਚੈੱਕ ਕਰਦੇ ਆ ਕਿ ਅਸੀਂ ਇੰਗਲਿਸ਼ ਲੈਂਗੁਏਜ ਨੂੰ ਕਿੰਨਾ ਕੁ ਪੜ੍ਹ ਸਕਦੇ ਹਾਂ, ਪੜ੍ਹ ਕੇ ਕਿੰਨਾ ਕੁ ਅੰਡਰਸਟੈਂਡ ਕਰ ਸਕਦੇ ਹਾਂ, ਇਹ ਸਕਿੱਲ ਨੂੰ ਜੱਜ ਕੀਤਾ ਜਾਂਦਾ ਹੈ। ਥਰਡ ਵਨ ਇਜ਼ ਰਾਈਟਿੰਗ। ਰਾਈਟਿੰਗ ਮੀਨਸ ਅਸੀਂ ਇੰਗਲਿਸ਼ ਲੈਂਗੁਏਜ ਨੂੰ ਲਿਖ ਸਕਦੇ ਹਾਂ ਕਿ ਨਹੀਂ, ਸਾਨੂੰ ਇੰਗਲਿਸ਼ ਦੇ ਵਿੱਚ ਸੈਂਟੈਂਸ ਬਣਾਉਣੇ ਆਉਂਦੇ ਆ ਕਿ ਨਹੀਂ, ਕਿਉਂਕਿ ਬਾਹਰ ਜਾ ਕੇ ਸਾਨੂੰ ਐਕੈਡੈਮਿਕ ਮੀਨਸ ਅਸੀਂ ਸਟੱਡੀ ਕਰਨ ਲਈ ਜਾ ਰਹੇ ਹਾਂ ਤਾਂ ਓਬਵੀਅਸ ਜੀ ਗੱਲ ਹੈ ਕਿ ਸਾਨੂੰ ਇੰਗਲਿਸ਼ ਦੇ ਵਿੱਚ ਹੀ ਲੈਕਚਰਸ ਲਗਾਉਣੇ ਪੈਣਗੇ, ਇੰਗਲਿਸ਼ ਦੇ ਵਿੱਚ ਹੀ ਸਭ ਕੁਝ ਪੜ੍ਹਨਾ ਪਊਗਾ, ਲਿਖਣਾ ਪਊਗਾ, ਸੁਣਨਾ ਪਊਗਾ ਐਂਡ ਬੋਲਣਾ ਪਊਗਾ। ਸੋ ਇਹੀ 4 ਸਕਿੱਲਸ ਦਾ ਆਪਣਾ ਟੈਸਟ ਲਿੱਤਾ ਜਾਂਦਾ ਹੈ। ਐਂਡ ਦੀ ਲਾਸਟ ਵਨ ਇਜ਼ ਸਪੀਕਿੰਗ। ਸਪੀਕਿੰਗ ਮੀਨਸ ਅਸੀਂ ਕਿੰਨਾ ਕੁ ਬੋਲ ਸਕਦੇ ਹਾਂ, ਕਿੰਨਾ ਕੁ ਫਲੂਐਂਟਲੀ, ਕਿੰਨਾ ਕੁ ਕੌਨਫੀਡੈਂਸ ਹੈਗਾ, ਕਿੰਨਾ ਕੁ ਸਾਨੂੰ ਇੰਗਲਿਸ਼ ਦੀ ਜਾਣਕਾਰੀ ਹੈਗੀ ਆ। ਸੋ ਇਹਨਾਂ 4 ਪਾਰਟਸ ਦੇ ਵਿੱਚ ਆਇਲਸ ਐਕੈਡੈਮਿਕ ਨੂੰ ਡਿਵਾਈਡ ਕੀਤਾ ਹੁੰਦਾ ਹੈ। ਇਹਨਾਂ ਨੂੰ ਆਇਲਸ ਦੀ ਲੈਂਗੁਏਜ ਦੇ ਵਿੱਚ ਮੋਡਿਊਲਸ ਵੀ ਬੋਲਦੇ ਹੈਗੇ ਆ। ਇਹਨਾਂ ਮੋਡਿਊਲਸ ਦਾ ਟੈਸਟ ਹੁੰਦਾ। ਸੋ ਇਹ ਜਿਹੜਾ ਟੈਸਟ ਹੁੰਦਾ ਹੈ, ਇਹ ਟੈਸਟ ਤੁਸੀਂ ਅਟੈਂਪਟ ਕਰਨਾ ਹੁੰਦਾ ਵਿਦ ਦੀ ਹੈਲਪ ਆਫ ਪੈਨਸਿਲ। ਮਤਲਬ ਕਿ ਜੋ ਵੀ ਤੁਸੀਂ ਲਿਖਣਾ ਹੈਗਾ ਰਾਈਟਿੰਗ ਦੇ ਵਿੱਚ ਜਾਂ ਰੀਡਿੰਗ ਦੇ ਵਿੱਚ ਜਾਂ ਲਿਸਨਿੰਗ ਦੇ ਵਿੱਚ, ਇਹਨਾਂ ਸਭ ਦੇ ਵਿੱਚ ਤੁਸੀਂ ਕਿਹੜੀ ਚੀਜ਼ ਯੂਜ਼ ਕਰਨੀ ਹੈ, ਦੈਟ ਇਜ਼ ਪੈਨਸਿਲ। ਸੋ ਹਰੇਕ ਜਿਹੜਾ ਮੋਡਿਊਲ ਹੁੰਦਾ ਉਹ 9 ਬੈਂਡਸ ਦਾ ਹੁੰਦਾ ਹੈ, ਮਤਲਬ 9 ਬੈਂਡਸ ਦੇ ਅਕੋਰਡਿੰਗਲੀ ਇਹਦੇ ਵਿੱਚੋਂ ਤੁਹਾਡੇ ਸਕੋਰਸ ਜੱਜ ਕੀਤੇ ਜਾਂਦੇ ਨੇ। ਰੀਡਿੰਗ ਵੀ 9 ਬੈਂਡਸ ਦੀ, ਰਾਈਟਿੰਗ ਵੀ 9 ਬੈਂਡਸ ਦੀ ਐਂਡ ਸਪੀਕਿੰਗ ਵੀ 9 ਬੈਂਡਸ ਦੀ। ਐਂਡ ਤੇ ਓਵਰਆਲ ਕੱਢਣ ਦੇ ਲਈ ਸਾਰੀਆਂ ਚੀਜ਼ਾਂ ਨੂੰ ਪਲੱਸ ਕਰਕੇ 4 ਤੇ ਡਿਵਾਈਡ ਕਰਕੇ ਜੋ ਵੀ ਤੁਹਾਡੇ ਇੱਥੇ ਬੈਂਡ ਸਕੋਰ ਆਉਣਗੇ ਉਹ ਤੁਹਾਡਾ ਓਵਰਆਲ ਹੋਊਗਾ ਕਿ ਤੁਹਾਡੇ ਆਇਲਸ ਦੇ ਵਿੱਚੋਂ ਕਿੰਨੇ ਬੈਂਡ ਸਕੋਰ ਆਏ ਹੋਏ ਨੇ। ਸੋ ਇਸ ਤੋਂ ਬਾਅਦ ਅਸੀਂ ਪੇਪਰ ਦੀ ਗੱਲ ਕਰੀਏ ਤਾਂ ਲਿਸਨਿੰਗ, ਰੀਡਿੰਗ ਐਂਡ ਰਾਈਟਿੰਗ ਦਾ ਪੇਪਰ ਇੱਕ ਦਿਨ ਹੁੰਦਾ ਐਂਡ ਸਪੀਕਿੰਗ ਦਾ ਪੇਪਰ ਅਲੱਗ ਤੋਂ ਇੱਕ ਦਿਨ ਹੁੰਦਾ। ਐਂਡ ਉਹ ਜਿਹੜੀ ਸਪੀਕਿੰਗ ਦੀ ਅਸੀਂ ਗੱਲ ਕਰੀਏ ਉਹ ਅਲੱਗ ਤੋਂ ਇੱਕ ਦਿਨ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਐਗਜ਼ਾਮੀਨਰ ਤੁਹਾਡੀ ਪਰਸਨਲੀ ਇੰਟਰਵਿਊ ਲੈਂਦਾ ਹੈਗਾ ਐਂਡ ਇਹ ਪੇਪਰ ਅਕੋਰਡਿੰਗਲੀ ਤੁਹਾਡੇ ਇੱਕ ਦਿਨ ਹੁੰਦੇ ਨੇ। ਸੋ ਇਹ ਸੀਗਾ ਬੇਸਿਕ ਕਿ ਆਰਟਸ ਦੇ ਵਿੱਚ ਕਿੱਦਾਂ ਦੇ ਮੋਡਿਊਲਸ ਹੁੰਦੇ ਨੇ ਐਂਡ ਹਰੇਕ ਮੋਡਿਊਲ ਨੂੰ 9 ਬੈਂਡਸ ਦਿੱਤੇ ਹੋਏ ਨੇ ਐਂਡ ਸਾਰੇ ਮੋਡਿਊਲਸ ਦੇ ਵਿੱਚ ਜਿੰਨੇ ਵੀ ਤੁਹਾਡੇ ਬੈਂਡ ਸਕੋਰ ਆਉਂਦੇ ਨੇ ਉਹਨਾਂ ਨੂੰ ਪਲੱਸ ਕਰਕੇ 4 ਤੇ ਡਿਵਾਈਡ ਕਰ ਦਿੰਦੇ ਨੇ, ਜਿਹਦੇ ਵਿੱਚ ਤੁਹਾਡਾ ਓਵਰਆਲ ਨਿਕਲਿਆ ਹੁੰਦਾ ਹੈ। ਸੋ ਜਿੰਨੇ ਵੀ ਇਹਦੇ ਵਿੱਚ ਮੋਡਿਊਲਸ ਨੇ ਸਾਰੇ ਮੋਡਿਊਲਸ ਨੂੰ ਤੁਸੀਂ ਅਟੈਂਪਟ ਕਰਨਾ ਹੋਊਗਾ ਵਿਦ ਦੀ ਹੈਲਪ ਆਫ ਪੈਨਸਿਲ। ਮੀਨਸ ਇਸ ਪੇਪਰ ਦੇ ਵਿੱਚ ਪੈਨ ਦਾ ਕੋਈ ਕੰਮ ਨਹੀਂ, ਤੁਸੀਂ ਪੈਨਸਿਲ ਨਾਲ ਹੀ ਪੇਪਰ ਦੇਣਾ ਹੁੰਦਾ ਹੈ ਐਂਡ ਇਹਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੁੰਦਾ ਹੈ। ਸੋ ਇਹ ਸੀਗੀ ਆਪਣੀ ਬੇਸਿਕ ਇਨਫੋਰਮੇਸ਼ਨ। ਸੋ ਅੱਜ ਅਸੀਂ ਗੱਲ ਕਰਾਂਗੇ ਸਪੀਕਿੰਗ ਦੀ ਕਿ ਸਪੀਕਿੰਗ ਦੇ ਵਿੱਚ ਫਰਦਰ ਕੀ ਕੁਛ ਹੁੰਦਾ ਹੈਗਾ। ਸੋ ਸਪੀਕਿੰਗ ਮੋਡਿਊਲ ਨੂੰ ਚੰਗੀ ਤਰ੍ਹਾਂ ਸਮਝਾਂਗੇ। ਸੋ ਸਪੀਕਿੰਗ ਮੋਡਿਊਲ ਦੀ ਜੇ ਗੱਲ ਕਰੀਏ, ਸਪੀਕਿੰਗ ਨੂੰ ਫਰਦਰ 3 ਸੈਕਸ਼ਨਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਐਂਡ ਸਪੀਕਿੰਗ ਦੇ ਵਿੱਚ ਤੁਹਾਡੀ ਇੰਟਰਵਿਊ ਹੁੰਦੀ ਹੈ, ਜਿਹਦੇ ਵਿੱਚ ਤੁਹਾਡੇ ਤੋਂ ਕੁਐਸਚਨਸ ਪੁੱਛੇ ਜਾਂਦੇ ਨੇ ਤੇ ਤੁਸੀਂ ਇੰਗਲਿਸ਼ ਦੇ ਵਿੱਚ ਉਹਨੂੰ ਆਨਸਰ ਕਰਨਾ ਹੁੰਦਾ। ਸੋ ਇਹ ਜਿਹੜੀ ਇੰਟਰਵਿਊ ਹੁੰਦੀ ਹੈ 11 ਤੋਂ 15 ਮਿੰਟਸ ਦੀ ਹੁੰਦੀ ਆ। ਮੀਨਸ 11 ਤੋਂ 15 ਮਿੰਟਸ ਦੇ ਵਿੱਚ ਤੁਹਾਡੇ ਤੋਂ ਜੋ ਵੀ ਕੁਛ ਉਹਨਾਂ ਨੇ ਪੁੱਛਣਾ ਹੁੰਦਾ ਅਕੋਰਡਿੰਗਲੀ ਤੁਹਾਡੇ ਤੋਂ ਪੁੱਛ ਲੈਣਗੇ ਐਂਡ 11 ਤੋਂ 15 ਮਿੰਟਸ ਦੇ ਵਿੱਚ ਤੁਹਾਡੀ ਇੰਟਰਵਿਊ ਖਤਮ ਹੋ ਜੂਗੀ। ਸੋ ਇਹਦੇ 3 ਸੈਕਸ਼ਨਸ ਹੁੰਦੇ ਨੇ। ਸੋ ਸੈਕਸ਼ਨ 1, ਸੈਕਸ਼ਨ 2, ਸੈਕਸ਼ਨ 3 ਮੀਨਸ 3 ਪਾਰਟਸ ਦੇ ਵਿੱਚ ਇਹ ਸਪੀਕਿੰਗ ਡਿਵਾਈਡ ਕੀਤੀ ਹੁੰਦੀ ਆ। ਸੋ ਪਹਿਲੇ ਪਾਰਟ ਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਤੋਂ ਇੰਟਰੋਡਕਸ਼ਨ ਕੁਐਸਚਨਸ ਪੁੱਛੇ ਜਾਂਦੇ ਨੇ। ਇੰਟਰੋਡਕਸ਼ਨ ਕੁਐਸਚਨ ਦਾ ਮਤਲਬ ਕਿ ਤੁਹਾਡੇ ਬਾਰੇ ਕੁਐਸਚਨਸ ਪੁੱਛੇ ਜਾਂਦੇ ਨੇ। ਇੰਟਰੋਡਕਸ਼ਨ ਕਿ ਤੁਹਾਡਾ ਨੇਮ ਕੀ ਹੈ, ਤੁਸੀਂ ਕਿੱਥੋਂ ਆਉਂਦੇ ਹੈਗੇ ਹੋ, ਤੁਹਾਡੀ ਸਟੱਡੀ ਦੇ ਵਿੱਚ ਤੁਸੀਂ ਕੀ ਕੁਛ ਕੀਤਾ ਹੋਇਆ, ਤੁਹਾਡੀ ਬੇਸਿਕ ਇਨਫੋਰਮੇਸ਼ਨ, ਤੁਹਾਨੂੰ ਕੀ ਪਸੰਦ ਆ, ਤੁਹਾਡਾ ਫੇਵਰੇਟ ਕਲਰ ਜਾਂ ਤੁਹਾਨੂੰ ਮੂਵੀਜ਼ ਦੇਖਣਾ ਪਸੰਦ ਹੈ ਜਾਂ ਨਹੀਂ ਹੈ, ਤੁਹਾਡੇ ਫਰੂਟਸ ਕਿਹੜੇ ਫੇਵਰੇਟਸ ਨੇ। ਮੀਨਸ ਤੁਹਾਡੇ ਬਾਰੇ ਕੁਐਸਚਨਸ ਪੁੱਛੇ ਜਾਂਦੇ ਨੇ। ਦੈਟ ਮੀਨਸ ਆ ਇੰਟਰੋਡਕਸ਼ਨ ਕੁਐਸਚਨਸ। ਇਹਦੇ ਵਿੱਚ 6 to 7 ਕੁਐਸਚਨਸ ਤੁਹਾਡੇ ਤੋਂ ਪੁੱਛੇ ਜਾਂਦੇ ਨੇ, ਜਿਹਨੂੰ ਤੁਸੀਂ ਆਨਸਰ ਕਰਨਾ ਹੁੰਦਾ 2 to 3 ਲਾਈਨਸ ਦੇ ਵਿੱਚ ਤੁਸੀਂ ਇਹਨੂੰ ਆਨਸਰ ਕਰਨਾ ਹੁੰਦਾ।
ਸੋ 2 to 3 ਲਾਈਨਸ ਦੇ ਵਿੱਚ ਕਿਵੇਂ ਆਨਸਰ ਕਰਨਾ ਹੁੰਦਾ, ਜਿਵੇਂ ਕਿ ਮੈਂ ਤੁਹਾਨੂੰ ਕੁਐਸਚਨ ਪੁੱਛ ਲਿਆ ਵਿਚ ਕਲਰ ਇਜ਼ ਯੋਰ ਫੇਵਰੇਟ, ਤੁਸੀਂ ਕਹਤਾ ਕਿ ਬਲੂ ਕਲਰ ਇਜ਼ ਮਾਈ ਫੇਵਰੇਟ। ਬਲੂ ਕਲਰ ਸਿਰਫ ਤੁਸੀਂ ਇੱਕ ਆਨਸਰ ਇੱਕ ਵਰਡ ਬੋਲਿਆ ਹੈਗਾ, ਬਾਕੀ ਸਾਰੀ ਸਟੇਟਮੈਂਟ ਮੇਰੇ ਵਾਲੀ ਬੋਲਦੀ। ਇਹ ਤੋਂ ਇਲਾਵਾ ਤੁਸੀਂ ਉਹਨੂੰ ਜਸਟੀਫਾਈ ਕਰਨਾ ਹੁੰਦਾ ਵੀ ਤੁਹਾਨੂੰ ਉਹ ਚੀਜ਼ ਕਿਉਂ ਪਸੰਦ ਆ, ਕਿਉਂਕਿ ਦੇਖੋ ਇਹਦੇ ਵਿੱਚ ਇੰਗਲਿਸ਼ ਦਾ ਟੈਸਟ ਹੁੰਦਾ ਤਾਂ ਓਬਵੀਅਸ ਹੀ ਗੱਲ ਹੈ ਕਿ ਤੁਸੀਂ ਜਿੰਨਾ ਜ਼ਿਆਦਾ ਲਾਈਕ ਫਲੂਐਂਟਲੀ ਉਹਨਾਂ ਨੂੰ ਬੋਲ ਕੇ ਦਿਖਾਓਗੇ, ਜਿੰਨਾ ਜ਼ਿਆਦਾ ਤੁਸੀਂ ਇੰਗਲਿਸ਼ ਬੋਲੋਗੇ ਉਹਨਾਂ ਨੂੰ ਕਲੈਰੀਫਾਈ ਹੋਊਗਾ ਕਿ ਤੁਹਾਨੂੰ ਇੰਗਲਿਸ਼ ਕਿੰਨੀ ਕੁ ਜ਼ਿਆਦਾ ਆਉਂਦੀ ਹੈਗੀ ਆ। ਸੋ ਇਹਦੇ ਲਈ ਜਿਹੜੇ ਇੰਟਰੋਡਕਸ਼ਨ ਕੁਐਸਚਨਸ ਹੁੰਦੇ ਨੇ 6 ਤੋਂ 7 ਕੁਐਸਚਨਸ ਪੁੱਛੇ ਜਾਂਦੇ ਨੇ, ਉਹਦੇ ਵਿੱਚ ਇੱਕ ਕੁਐਸਚਨ ਨੂੰ ਆਨਸਰ ਕਰਨ ਦੇ ਲਈ ਤੁਸੀਂ 2 to 3 ਲਾਈਨਸ ਬਣਾਉਣੀਆਂ ਹੁੰਦੀਆਂ ਨੇ, ਜਿਵੇਂ ਕਿ ਵਿਚ ਕਲਰ ਇਜ਼ ਯੂਅਰ ਫੇਵਰੇਟ, ਬਲੂ ਕਲਰ ਇਜ਼ ਮਾਈ ਫੇਵਰੇਟ। ਇਹ ਤੋਂ ਇਲਾਵਾ ਤੁਸੀਂ ਜਸਟੀਫਾਈ ਕਰੋਗੇ ਕਿ ਬਲੂ ਕਲਰ ਤੁਹਾਡਾ ਫੇਵਰੇਟ ਕਿਉਂ ਹੈਗਾ। ਲਾਈਕ ਤੁਸੀਂ ਕਹਿ ਸਕਦੇ ਹੋ ਕਿ ਬਲੂ ਕਲਰ ਮੇਰਾ ਤਾਂ ਫੇਵਰੇਟ ਹੈ ਕਿਉਂਕਿ ਜਦੋਂ ਵੀ ਮੈਂ ਬਲੂ ਕਲਰ ਦੇ ਕਲੋਥਸ ਪਾਉਣਾ ਜਾਂ ਫਿਰ ਬਲੂ ਕਲਰ ਨੂੰ ਦੇਖਦਾ ਮੈਨੂੰ ਐਨਰਜੈਟਿਕ ਫੀਲ ਹੁੰਦਾ। ਜਿਵੇਂ ਬਲੂ ਕਲਰ ਦੇ ਕਲੋਥਸ ਪਾਉਣਾ ਮੇਰੇ ਫਰੈਂਡਸ ਮੈਨੂੰ ਕਹਿੰਦੇ ਨੇ ਕਿ ਲਾਈਕ ਮੈਂ ਬਹੁਤ ਵਧੀਆ ਲੱਗਦਾ, ਮੈਨੂੰ ਸੂਟ ਕਰਦਾ ਬਲੂ ਕਲਰ। ਮਤਲਬ ਅਕੋਰਡਿੰਗ ਟੂ ਯੂ ਤੁਸੀਂ ਜੋ ਵੀ ਆਨਸਰ ਕਰਨਾ ਚਾਹੁੰਦੇ ਹੈਗੇ ਹੋ ਉਹ ਤੁਸੀਂ ਕਰ ਸਕਦੇ ਹੋ। ਕਹਿਣ ਦਾ ਮਤਲਬ ਇਹ ਹੈ ਕਿ ਉਸ ਕੁਐਸਚਨ ਨੂੰ ਜਸਟੀਫਾਈ ਕਰਨਾ ਪਊਗਾ ਵੀ ਜੇ ਤੁਹਾਨੂੰ ਉਹ ਚੀਜ਼ ਪਸੰਦ ਹੈ ਤਾਂ ਉਹ ਕਿਉਂ ਪਸੰਦ ਹੈਗੀ ਆ, ਠੀਕ ਹੈ। ਅਗਰ ਉਹ ਪੁੱਛਦੇ ਆ ਵਾਈ ਤਾਂ ਤੁਸੀਂ ਆਨਸਰ ਕਰਨਾ ਹੀ ਹੈ, ਅਗਰ ਨਹੀਂ ਪੁੱਛਦੇ ਫਿਰ ਵੀ ਤੁਸੀਂ ਉਸ ਚੀਜ਼ ਨੂੰ ਆਨਸਰ ਕਰਨਾ ਹੀ ਹੋਊਗਾ ਅਪ ਟੂ 2 to 3 ਲਾਈਨਸ। ਕੁਐਸਚਨਸ ਕਿਸ ਤਰ੍ਹਾਂ ਦੇ ਆਉਂਦੇ ਨੇ, ਤੁਹਾਡੇ ਮੂਵੀਜ਼ ਬਾਰੇ ਕੁਐਸਚਨਸ ਆ ਸਕਦੇ ਨੇ, ਸੋਸ਼ਲ ਨੈਟਵਰਕਿੰਗ ਵੈਬਸਾਈਟਸ ਬਾਰੇ, ਫੂਡਸ ਬਾਰੇ, ਚਾਕਲੇਟਸ ਬਾਰੇ, ਇੱਦਾਂ ਦੇ ਕੁਐਸਚਨਸ ਮੀਨਸ ਤੁਹਾਡੇ ਬਾਰੇ ਕੁਐਸਚਨਸ ਪੁੱਛੇ ਜਾਂਦੇ ਨੇ। ਸੈਕਿੰਡ ਵਨ ਇਜ਼ ਕਿਊ ਕਾਰਡ, ਮੀਨਸ ਸੈਕਸ਼ਨ ਸੈਕਿੰਡ, ਜਿਹਦੇ ਵਿੱਚ ਕਿ ਤੁਹਾਡੇ ਤੋਂ ਕਿਊ ਕਾਰਡ ਪੁੱਛਿਆ ਜਾਂਦਾ ਹੈਗਾ। ਕਿਊ ਕਾਰਡ ਦਾ ਮਤਲਬ ਕੀ ਹੈ ਜੀ, ਸਿੰਪਲ ਜੀ ਗੱਲ ਕਰਾਂ ਤਾਂ ਟੌਪਿਕ, ਇੱਕ ਤੁਹਾਨੂੰ ਟੌਪਿਕ ਦੇ ਦੇਣਗੇ, ਉਸ ਟੌਪਿਕ ਦੇ ਉੱਪਰ ਤੁਸੀਂ ਬੋਲਣਾ ਹੋਊਗਾ। ਇੱਕ ਤੁਹਾਨੂੰ ਟੌਪਿਕ ਦੇਣਗੇ, ਉਹ ਟੌਪਿਕ ਦੇ ਲਈ ਤੁਹਾਨੂੰ 1 ਮਿੰਟ ਦਾ ਟਾਈਮ ਦੇ ਦੇਣਗੇ, ਮੀਨਸ 1 ਮਿੰਟ ਦੇ ਵਿੱਚ ਤੁਸੀਂ ਉਸ ਟੌਪਿਕ ਨੂੰ ਪ੍ਰਿਪੇਅਰ ਕਰਨਾ ਹੋਊਗਾ। 2 ਮਿੰਟ ਤੱਕ ਉਸ ਟੌਪਿਕ ਨੂੰ ਤੁਸੀਂ ਬੋਲਣਾ ਹੋਊਗਾ। ਸੋ ਦੈਟ ਮੀਨਸ ਆ ਸੈਕਸ਼ਨ 2 ਮੀਨਸ ਕਿਊ ਕਾਰਡ, ਮੀਨਸ ਤੁਸੀਂ ਕਿੰਨਾ ਕੁ ਲੰਮਾ ਕਿਸੇ ਵੀ ਟੌਪਿਕ ਉੱਪਰ ਬੋਲ ਸਕਦੇ ਹੋ ਔਨ ਦੀ ਸਪੋਟ, ਇਹ ਚੀਜ਼ ਜੱਜ ਕੀਤੀ ਜਾਂਦੀ ਆ। ਸੋ ਉਸ ਟੌਪਿਕ ਦੇ ਉੱਪਰ ਤੁਸੀਂ 1 ਮਿੰਟ ਦੇ ਵਿੱਚ ਕੀ ਕੁਝ ਪ੍ਰਿਪੇਅਰ ਕਰਨਾ, ਉਹਦੇ ਬਾਰੇ ਤੁਹਾਨੂੰ ਕਿਊਜ਼ ਦਿੱਤੇ ਹੋਣਗੇ। ਕਿਊਜ਼ ਦਾ ਮਤਲਬ ਹੁੰਦਾ ਜੀ ਹਿੰਟ ਦਿੱਤੇ ਹੋਣਗੇ। ਜਿਵੇਂ ਕਿ ਮੈਂ ਤੁਹਾਨੂੰ ਪੁੱਛਣਾ ਕਿ ਕਲੋਥਸ ਦੇ ਉੱਪਰ, ਠੀਕ ਹੈ, ਕਿ ਤੁਸੀਂ ਆਪਦੇ ਫੇਵਰੇਟ ਕਲੋਥਸ ਦੇ ਉੱਪਰ ਬੋਲਣਾ। ਹੁਣ ਫੇਵਰੇਟ ਕਲੋਥ ਦੇ ਉੱਪਰ ਬੋਲਣਾ ਤਾਂ 1 ਮਿੰਟ ਦੇ ਲਈ ਤੁਹਾਡੇ ਕੋਲੇ ਟਾਈਮ ਆ, ਤੁਸੀਂ 1 ਮਿੰਟ ਦੇ ਵਿੱਚ ਉਸ ਟੌਪਿਕ ਨੂੰ ਪ੍ਰਿਪੇਅਰ ਕਰਨਾ ਐਂਡ ਉਹਦੇ ਬਾਰੇ ਮੈਂ ਤੁਹਾਨੂੰ ਹਿੰਟ ਦਊਂਗੀ ਵੀ ਉਹ ਕਿਹੜਾ ਕਲੋਥ ਆ, ਕਿਹਨੇ ਤੁਹਾਨੂੰ ਦਿੱਤਾ ਸੀ ਐਂਡ ਤੁਹਾਡਾ ਉਹ ਫੇਵਰੇਟ ਕਿਉਂ ਹੈਗਾ, ਤੁਸੀਂ ਉਸ ਕਲੋਥ ਬਾਰੇ ਕੀ ਫੀਲ ਕਰਦੇ ਹੋ। ਸੋ ਇਹ ਕੀ ਹੋ ਗਈ ਜੀ ਹਿੰਟ, ਜਿਹਦੇ ਬਾਰੇ ਤੁਸੀਂ ਬੋਲਣਾ ਹੈਗਾ, ਜਿਹਦੇ ਨਾਲ ਤੁਹਾਨੂੰ ਆਈਡੀਆ ਜਿਹਾ ਹੋ ਜਾਊਗਾ ਕਿ ਇਸ ਟੌਪਿਕ ਦੇ ਉੱਪਰ ਮੈਂ ਕੀ ਕੁਝ ਬੋਲ ਸਕਦਾ ਜਾਂ ਕਿਹੜੀਆਂ ਲਾਈਨਾਂ ਮੈਂ ਬਣਾ ਸਕਦਾ। ਆਫਟਰ ਦੈਟ ਤੁਸੀਂ 2 ਮਿੰਟ ਤੱਕ ਉਸ ਟੌਪਿਕ ਨੂੰ ਬੋਲਣਾ ਹੋਊਗਾ। 2 ਮਿੰਟ ਤੱਕ ਮੀਨਸ ਉਹਨਾਂ ਦੀ ਮਰਜ਼ੀ ਹੈ ਕਿ ਉਹ ਤੁਹਾਨੂੰ 2 ਮਿੰਟ ਤੱਕ ਵੀ ਬੁਲਾ ਸਕਦੇ ਨੇ, 1.5 ਮਿੰਟ ਤੱਕ ਵੀ ਬੁਲਾ ਸਕਦੇ ਨੇ, ਬਟ ਜੋ ਵੀ ਤੁਸੀਂ ਟੌਪਿਕ ਪ੍ਰਿਪੇਅਰ ਕਰਨਾ ਹੋਊਗਾ 2 ਮਿੰਟ ਤੱਕ ਪ੍ਰਿਪੇਅਰ ਕਰਨਾ ਹੋਊਗਾ। ਅਪਰੋਕਸੀਮੇਟਲੀ ਲਾਈਕ 20 ਲਾਈਨਸ ਤੁਸੀਂ ਉਹਦੇ ਵਿੱਚ ਪ੍ਰਿਪੇਅਰ ਕਰ ਸਕਦੇ ਹੋ। ਬਾਕੀ ਤੁਹਾਡੀ ਸਪੀਡ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਕੁ ਫਾਸਟ ਬੋਲਦੇ ਹੋ ਜਾਂ ਕਿੰਨਾ ਕੁ ਐਵਰੇਜ ਬੋਲਦੇ ਹੋ, ਉਹਦੇ ਅਕੋਰਡਿੰਗਲੀ ਤੁਸੀਂ ਮਤਲਬ ਕਿ 2 ਮਿੰਟ ਤੱਕ ਇਸ ਸਾਰੇ ਕਿਊਜ਼ ਨੂੰ ਕਵਰ ਕਰਦੇ ਹੋਏ ਉਸ ਟੌਪਿਕ ਨੂੰ ਵੈਲ ਡਿਫਾਈਨ ਕਰਨਾ ਹੋਊਗਾ। ਨੈਕਸਟ ਸੈਕਸ਼ਨ ਹੈਗਾ ਜੀ ਦੈਟ ਇਜ਼ ਫੋਲੋ ਅਪਸ। ਫੋਲੋ ਅਪਸ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਟੌਪਿਕ ਤੁਹਾਡੇ ਤੋਂ ਪੁੱਛਿਆ ਗਿਆ ਉਸ ਟੌਪਿਕ ਦੇ ਵਿੱਚੋਂ ਕੁਐਸਚਨਸ ਪੁੱਛੇ ਜਾਣਗੇ, ਜਿਨ੍ਹਾਂ ਨੂੰ ਕੀ ਬੋਲਿਆ ਜਾਂਦਾ ਜੀ ਫੋਲੋ ਅਪਸ ਬੋਲਿਆ ਜਾਂਦਾ ਹੈ। ਮੀਨਸ ਕਿ ਤੁਹਾਡੇ ਤੋਂ ਕਲੋਥਸ ਬਾਰੇ ਟੌਪਿਕ ਪੁੱਛਿਆ ਸੀ ਤਾਂ ਕਲੋਥਸ ਬਾਰੇ ਕੁਐਸਚਨਸ ਪੁੱਛੇ ਜਾਣਗੇ। ਇਹ ਨਹੀਂ ਕਿ ਕਿਊ ਕਾਰਡ ਦੇ ਵਿੱਚੋਂ, ਮੀਨਸ ਉਸ ਟੌਪਿਕ ਬਾਰੇ ਕੁਐਸਚਨਸ ਪੁੱਛੇ ਜਾਣਗੇ ਵੀ ਤੁਹਾਨੂੰ ਕੀ ਲੱਗਦਾ ਹੈਗਾ ਕਿ ਲੋਕ ਕਿਸ ਤਰ੍ਹਾਂ ਦੇ ਕਲੋਥਸ ਪਾਉਣਾ ਪਸੰਦ ਕਰਦੇ ਨੇ, ਜਾਂ ਯੰਗ ਵਨਸ ਤੇ ਓਲਡ ਵਨਸ ਦੇ ਕੱਪੜੇ ਪਾਉਣ ਦੇ ਵਿੱਚ ਕੀ ਡਿਫਰੈਂਸ ਹੈਗਾ। ਓਲਡ ਵਨ ਕਿਸ ਤਰ੍ਹਾਂ ਦੇ ਕੱਪੜੇ ਪ੍ਰੈਫਰ ਕਰਦੇ ਨੇ, ਯੰਗ ਵਨਸ ਕਿਸ ਤਰ੍ਹਾਂ ਦੇ ਕੱਪੜੇ ਪਾਉਣਾ ਪਸੰਦ ਕਰਦੇ ਨੇ। ਸੋ ਇੱਦਾਂ ਦੇ ਬੇਸਿਕ ਐਂਡ ਤੁਸੀਂ ਕਹਿ ਸਕਦੇ ਹੋ ਕਿ ਜਰਨਲ ਕੁਐਸਚਨਿੰਗ ਹੁੰਦੀ ਆ ਟੌਪਿਕ ਦੇ ਬਾਰੇ, ਜਿਹਨੂੰ ਤੁਸੀਂ ਆਨਸਰ ਕਰਨਾ ਹੁੰਦਾ ਲਾਈਕ 3 to 4 ਲਾਈਨਸ ਜਾਂ 3 to 5 ਲਾਈਨਸ ਤੱਕ ਤੁਸੀਂ ਉਹਨੂੰ ਆਨਸਰ ਕਰਨਾ ਹੁੰਦਾ ਹੈ। ਇਹਦੇ ਵਿੱਚ ਬੈਕ ਟੂ ਬੈਕ ਕੁਐਸਚਨਸ ਪੁੱਛੇ ਜਾਂਦੇ ਨੇ 4 to 5 ਕੁਐਸਚਨਸ, ਮੀਨਸ ਫੋਲੋ ਅਪਸ ਥੋੜ੍ਹੇ ਜਿਹੇ ਜ਼ਿਆਦਾ ਲਾਈਨਸ ਦੇ ਵਿੱਚ ਤੁਸੀਂ ਆਨਸਰ ਕਰਨਾ ਹੁੰਦਾ ਐਂਡ ਇਹਦੇ ਵਿੱਚ ਵੀ ਤੁਸੀਂ ਆਪਦੀ ਪ੍ਰੋਪਰ ਜਸਟੀਫਿਕੇਸ਼ਨ ਦੇਣੀ ਹੋਊਗੀ ਵੀ ਤੁਹਾਨੂੰ ਕਿਉਂ ਲੱਗਦਾ ਹੈਗਾ ਕਿ ਲੋਕ ਇਹੋ ਜਿਹੇ ਕੱਪੜੇ ਪਾਉਣਾ ਕਿਉਂ ਪਸੰਦ ਕਰਦੇ ਨੇ। ਸੋ ਇਹ ਸੀਗਾ ਬੇਸਿਕ ਕ੍ਰਾਈਟੇਰੀਆ ਕਿ 3 ਪਾਰਟਸ ਦੇ ਵਿੱਚ ਸਪੀਕਿੰਗ ਸੈਕਸ਼ਨ ਨੂੰ ਡਿਵਾਈਡ ਕੀਤਾ ਹੁੰਦਾ ਹੈ। ਫਸਟ ਦੇ ਵਿੱਚ ਜਰਨਲ ਇੰਟਰੋਡਕਸ਼ਨ, ਬੈਕ ਟੂ ਬੈਕ 6 to 7 ਕੁਐਸਚਨਸ ਪੁੱਛੇ ਜਾਂਦੇ ਨੇ। ਕਿਊ ਕਾਰਡ ਦੇ ਵਿੱਚ ਤੁਸੀਂ 2 ਮਿੰਟ ਤੱਕ ਕਿਸੇ ਵੀ ਟੌਪਿਕ ਉੱਤੇ ਬੋਲਣਾ ਹੋਊਗਾ, ਜਿਹਨੂੰ ਪ੍ਰਿਪੇਅਰ ਕਰਨ ਦੇ ਲਈ ਤੁਹਾਡੇ ਕੋਲ 1 ਮਿੰਟ ਦਾ ਸਮਾਂ ਉਹ ਦੇਣਗੇ ਐਂਡ ਪਲੱਸ ਕਿਊਜ਼ ਦੇਣਗੇ, ਮੀਨਸ ਹਿੰਟ ਦੇਣਗੇ, ਜਿਨ੍ਹਾਂ ਨੂੰ ਤੁਸੀਂ ਕਵਰ ਕਰਦੇ ਹੋਏ ਉਸ
टॉपिक ਨੂੰ ਬੋਲਣਾ ਹੋਊਗਾ। ਐਂਡ ਦੀ ਲਾਸਟ ਵਨ ਇਜ਼ ਸੈਕਸ਼ਨ 3 ਮੀਨਸ ਫॉलो-अप्स। ਫॉलो-अप्स ਦਾ ਮਤਲਬ ਕਿ ਜਿਹੜਾ ਕੁਐਸਚਨ ਜਿਹੜਾ ਕਿਊ ਕਾਰਡ ਤੁਹਾਡੇ ਤੋਂ ਸੁਣਿਆ ਗਿਆ ਉਹਨਾਂ ਕਿਊ ਕਾਰਡ ਦੇ ਵਿੱਚੋਂ ਹੀ ਤੁਹਾਡੇ ਤੋਂ ਕੁਐਸਚਨਸ ਪੁੱਛੇ ਜਾਣਗੇ, ਮੀਨਸ ਉਸ ਟੌਪਿਕ ਬਾਰੇ ਤੁਹਾਡੇ ਤੋਂ ਕੁਐਸਚਨਸ ਪੁੱਛੇ ਜਾਣਗੇ। ਸੋ ਇਹ ਸੀਗਾ ਬੇਸਿਕ ਕ੍ਰਾਈਟੇਰੀਆ। ਆਈ ਹੋਪ ਕਿ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਇਹ ਚੀਜ਼ ਸਮਝ ਆ ਗਈ ਹੋਊ। ਸੋ ਐਟ ਦੀ ਐਂਡ ਅਸੀਂ ਗੱਲ ਕਰਦੇ ਹਾਂ ਕਿ ਇਹ ਸਪੀਕਿੰਗ ਦੇ ਵਿੱਚ ਤੁਹਾਡੇ ਮਾਰਕਸ ਕਿਸ ਬੇਸ ਤੇ ਲੱਗਦੇ ਨੇ, ਕਿਸ ਬੇਸ ਤੇ ਤੁਹਾਨੂੰ ਬੈਂਡ ਸਕੋਰਿੰਗ ਹੁੰਦੀ ਆ। ਸੋ ਇਹ ਵੀ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਫਸਟ ਵਨ ਇਜ਼ TR। TR ਮੀਨਸ ਟੌਪਿਕ ਰਿਸਪੌਂਸ। ਵੀ ਜਿਹੜੀ ਚੀਜ਼ ਤੁਹਾਡੇ ਤੋਂ ਪੁੱਛੀ ਗਈ ਹੈ ਕਿ ਤੁਹਾਡਾ ਟੌਪਿਕ ਰਿਸਪੌਂਸ ਸਹੀ ਹੈਗਾ ਕਿ ਨਹੀਂ ਹੈਗਾ। ਜਿਵੇਂ ਕਿ ਮੈਂ ਤੁਹਾਡੇ ਤੋਂ ਕਲਰਸ ਬਾਰੇ ਕੁਐਸਚਨ ਪੁੱਛਿਆ ਤਾਂ ਤੁਸੀਂ ਆਨਸਰ ਵੀ ਕਲਰ ਬਾਰੇ ਹੀ ਕਰੋਗੇ। ਜੇ ਮੈਂ ਤੁਹਾਨੂੰ ਪੁੱਛਿਆ ਕਿ ਤੁਹਾਨੂੰ ਕਲਰ ਮਤਲਬ ਕਿ ਕਿਹੜਾ ਪਸੰਦ ਆ ਤਾਂ ਤੁਸੀਂ ਆਪਦੀ ਚੁਆਇਸ ਹੀ ਦੱਸੋਗੇ, ਨਾ ਕਿ ਲੋਕਾਂ ਦੀ। ਠੀਕ ਹੈ, ਦੈਟ ਮੀਨਸ ਆ ਟੌਪਿਕ ਰਿਸਪੌਂਸ। ਵੀ ਜਿਹੜੀ ਚੀਜ਼ ਤੁਸੀਂ ਪੁੱਛੀ ਗਈ ਹੈ ਕਿ ਉਹੀ ਤੁਸੀਂ ਆਨਸਰ ਕੀਤਾ ਹੈਗਾ ਕਿ ਨਹੀਂ। ਸੋ ਟੌਪਿਕ ਰਿਸਪੌਂਸ ਤੁਹਾਡਾ ਦੇਖਿਆ ਜਾਂਦਾ ਹੈ। ਬਹੁਤ ਸਾਰੇ ਬੱਚਿਆਂ ਦੇ ਵਿੱਚ ਇਹੀ ਪ੍ਰੋਬਲਮ ਹੁੰਦੀ ਹੈ ਕਿ ਕਈ ਵਾਰੀ ਉਹਨਾਂ ਨੂੰ ਕੁਐਸਚਨਸ ਪੁੱਛੇ ਜਾਂਦੇ ਨੇ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੂਵੀਜ਼ ਦੇਖਣੀਆਂ ਪਸੰਦ ਹੈ, ਬਟ ਕਈ ਵਾਰੀ ਉਹ ਆਨਸਰ ਕਰਦੇ ਨੇ ਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਮੂਵੀਜ਼ ਦੇਖਣੀਆਂ ਪਸੰਦ ਆ। ਸੋ ਉੱਥੇ ਟੌਪਿਕ ਰਿਸਪੌਂਸ ਟੋਟਲੀ ਕੀ ਹੋ ਜਾਂਦਾ ਹੈ, ਗਲਤ ਹੋ ਜਾਂਦਾ ਹੈ। ਤਾਂ ਕਈ ਵਾਰੀ ਇਸ ਅਕੋਰਡਿੰਗਲੀ ਵੀ ਉਹਨਾਂ ਦੇ ਬੈਂਡ ਸਕੋਰ ਕੱਟੇ ਜਾਂਦੇ ਨੇ। ਸੋ ਤੁਸੀਂ ਹਮੇਸ਼ਾ ਧਿਆਨ ਰੱਖਣਾ ਜਦੋਂ ਵੀ ਤੁਹਾਡੇ ਤੋਂ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਉਹਨੂੰ ਧਿਆਨ ਨਾਲ ਸੁਣਨਾ ਐਂਡ ਇਸ ਤੋਂ ਬਾਅਦ ਉਹਨੂੰ ਆਨਸਰ ਕਰਨਾ ਕਿ ਸਾਡੇ ਤੋਂ ਟੌਪਿਕ ਰਿਸਪੌਂਸ ਕੀ ਉਹ ਮੰਗ ਕਿਸ ਚੀਜ਼ ਦੀ ਮੰਗ ਕਰ ਰਹੇ ਨੇ, ਮਤਲਬ ਸਾਡੇ ਤੋਂ ਪੁੱਛ ਕੀ ਰਹੇ ਨੇ ਐਂਡ ਅਕੋਰਡਿੰਗਲੀ ਉਹਨੂੰ ਆਨਸਰ ਕਰਿਆ ਕਰੋ। ਨੈਕਸਟ ਵਨ ਇਜ਼ ਫਲੂਐਂਸੀ। ਫਲੂਐਂਸੀ ਦਾ ਮਤਲਬ ਇਹ ਹੈ ਕਿ ਤੁਸੀਂ ਕਿੰਨਾ ਕੁ ਫਲੂਐਂਟਲੀ ਬੋਲਦੇ ਹੋ, ਕਿੰਨੇ ਕੁ ਉਹਦੇ ਵਿੱਚ ਤੁਸੀਂ ਪੌਜ਼ਸ ਦਿੰਦੇ ਹੋ, ਕਿੰਨਾ ਕੁ ਤੁਸੀਂ ਅੜਕਦੇ ਹੋ। ਜਿਵੇਂ ਕਈ ਸਾਰੇ ਬੱਚੇ ਕੀ ਹੁੰਦੇ ਆ ਕਿ ਬੋਲਦੇ ਬੋਲਦੇ ਬਹੁਤ ਜ਼ਿਆਦਾ ਪੌਜ਼ਸ ਲੈਂਦੇ ਨੇ, ਸੋਚਣ ਲੱਗ ਜਾਂਦੇ ਨੇ ਜਾਂ ਫਿਰ ਬਹੁਤ ਹੌਲੀ ਬੋਲਦੇ ਨੇ। ਸੋ ਇਹ ਹੁੰਦਾ ਫਲੂਐਂਸੀ ਵੀ ਤੁਸੀਂ ਕਿੰਨਾ ਕੁ ਵਧੀਆ ਬੋਲ ਰਹੇ ਹੋ, ਕਿੰਨੇ ਕੁ ਵਧੀਆ ਲਾਈਕ ਤੁਸੀਂ ਜਿੱਥੇ ਪੌਜ਼ ਲੈਣੇ ਚਾਹੀਦੇ ਆ ਉੱਥੇ ਹੀ ਲੈ ਰਹੇ ਹੋ ਕਿ ਇਸ ਤੋਂ ਇਲਾਵਾ ਐਕਸਟਰਾ ਦੇ ਪੌਜ਼ਸ ਲੈ ਰਹੇ ਹੋ ਜਾਂ ਕਿੰਨਾ ਕੁ ਅੜਕ ਰਹੇ ਹੋ। ਸੋ ਦੈਟ ਮੀਨਸ ਆ ਫਲੂਐਂਸੀ। ਫਲੂਐਂਸੀ ਤੁਹਾਡੀ ਚੈੱਕ ਕੀਤੀ ਜਾਂਦੀ ਆ। ਨੈਕਸਟ ਵਨ ਇਜ਼ GRA ਮੀਨਸ ਗ੍ਰਾਮਰ। ਵੀ ਤੁਹਾਡੀ ਗ੍ਰਾਮਰ ਸਹੀ ਹੈਗੀ ਕਿ ਨਹੀਂ। ਜੇ ਤੁਹਾਡੇ ਤੋਂ ਪ੍ਰੈਜ਼ੈਂਟ 'ਚ ਕੁਐਸਚਨ ਪੁੱਛਿਆ ਗਿਆ ਤਾਂ ਤੁਸੀਂ ਪ੍ਰੈਜ਼ੈਂਟ 'ਚ ਉਹਨੂੰ ਆਨਸਰ ਕਰ ਰਹੇ ਹੋ ਕਿ ਨਹੀਂ, ਇਸ ਆਰ ਅਕੋਰਡਿੰਗਲੀ ਲਾਇਆ ਹੈ ਕਿ ਨਹੀਂ। ਸੋ ਗ੍ਰਾਮਰ ਚੈੱਕ ਕੀਤੀ ਜਾਂਦੀ ਹੈ। ਸੈਂਟੈਂਸ ਫਾਰਮੇਸ਼ਨ ਤੁਹਾਡੀ ਸਹੀ ਹੈਗੀ ਹੈ ਕਿ ਨਹੀਂ। ਐਂਡ ਨੈਕਸਟ ਵਨ ਇਜ਼ ਕੰਟੈਂਟ ਮੀਨਸ ਤੁਹਾਡੇ ਕੋਲ ਕਿੰਨਾ ਕੁ ਕੰਟੈਂਟ ਹੈਗਾ ਬੋਲਣ ਲਈ। ਜਿਵੇਂ ਮੰਨ ਲਓ ਕਿ ਮੈਂ ਤੁਹਾਡੇ ਤੋਂ ਮੂਵੀਜ਼ ਬਾਰੇ ਕੁਐਸਚਨਸ ਪੁੱਛਣ ਲੱਗ ਗਈ ਹਾਂ ਐਂਡ ਮੂਵੀਜ਼ ਬਾਰੇ ਮੈਂ ਤੁਹਾਡੇ ਤੋਂ ਬੈਕ ਟੂ ਬੈਕ 6 to 7 ਕੁਐਸਚਨ ਜਿਹੜੇ ਸੁਣਨੇ ਸੀ ਮੈਂ 6 to 7 ਕੁਐਸਚਨ ਸੁਣ ਰਹੀ ਹਾਂ। ਇਹ ਨਹੀਂ ਹੋਣਾ ਚਾਹੀਦਾ ਕਿ ਬਾਕੀ ਦੇ ਕੁਐਸਚਨਸ ਦੇ ਵਿੱਚ ਤੁਸੀਂ ਪਹਿਲਾਂ ਵਾਲੀਆਂ ਲਾਈਨਸ ਹੀ ਰਿਪੀਟ ਕਰ ਰਹੇ ਹੋ। ਸੋ ਉੱਥੇ ਇਹ ਪਤਾ ਲੱਗੂਗਾ ਕਿ ਤੁਹਾਡੇ ਕੋਲੇ ਬੋਲਣ ਦੇ ਲਈ ਕੁਝ ਹੈ ਹੀ ਨਹੀਂ। ਸੋ ਇਹਦੇ ਵਿੱਚ ਸਪੀਕਿੰਗ ਦੇ ਵਿੱਚ ਸਿਰਫ ਇਹ ਨਹੀਂ ਹੈਗਾ ਕਿ ਤੁਸੀਂ ਆਪਦੀ ਗ੍ਰਾਮਰ ਸਹੀ ਰੱਖਣੀ ਹੈ ਜਾਂ ਸੈਂਟੈਂਸ ਫਾਰਮੇਸ਼ਨ ਤੁਹਾਡੇ ਸਹੀ ਹੋਣੇ ਚਾਹੀਦੇ ਹੈ। ਇਹਦੇ ਵਿੱਚ ਇਹ ਵੀ ਚੈੱਕ ਕੀਤਾ ਜਾਂਦਾ ਕਿ ਲਾਈਕ ਤੁਹਾਡੇ ਕੋਲੇ ਬੋਲਣ ਦੇ ਲਈ ਕਿੰਨੇ ਕੁ ਆਈਡੀਆਜ਼ ਹੈਗੇ ਉਸ ਟੌਪਿਕ ਦੇ ਬਾਰੇ, ਕਿੰਨੇ ਕੁ ਜ਼ਿਆਦਾ ਤੁਹਾਡੇ ਕੋਲੇ ਮੀਨਸ ਯੂਨੀਕ ਆਈਡੀਆਜ਼ ਹੈਗੇ ਆ ਦੂਸਰੇ ਨਾਲੋਂ ਡਿਫਰੈਂਟ, ਕਿੰਨੇ ਕੁ ਤੁਸੀਂ ਲਾਈਕ ਇੰਟਰਸਟਿੰਗ ਆਪਦੀ ਸਪੀਕਿੰਗ ਨੂੰ ਬਣਾ ਸਕਦੇ ਹੋ। ਜਿੰਨਾ ਜ਼ਿਆਦਾ ਤੁਸੀਂ ਇੰਟਰਸਟਿੰਗ ਬੋਲੋਗੇ ਦੂਸਰੇ ਨੂੰ ਇੰਟਰਸਟ ਕ੍ਰੀਏਟ ਹੋਊਗਾ। ਮੀਨਸ ਐਗਜ਼ਾਮੀਨਰ ਦਾ ਜਿੰਨਾ ਜ਼ਿਆਦਾ ਇੰਟਰਸਟ ਕ੍ਰੀਏਟ ਹੋਊਗਾ ਤੁਹਾਡੀ ਸਪੀਕਿੰਗ ਦੇ ਵਿੱਚ, ਹਰ ਆਈਡੀਆਜ਼ ਦੇ ਵਿੱਚ ਕੁਝ ਸੁਣਨ ਦੇ ਲਈ ਕੁਝ ਇੰਟਰਸਟਿੰਗ ਹੋਊਗਾ, ਉਨੀ ਜ਼ਿਆਦਾ ਤੁਹਾਡੀ ਸਪੀਕਿੰਗ ਵਧੀਆ ਲੱਗੂਗੀ। ਸੋ ਦੈਟ ਮੀਨਸ ਤੁਹਾਡਾ ਕੰਟੈਂਟ ਵੀ ਵਧੀਆ ਹੋਣਾ ਚਾਹੀਦਾ ਹੈ। ਅਗੇਨ ਐਂਡ ਅਗੇਨ ਚੀਜ਼ਾਂ ਤੁਹਾਡੀਆਂ ਰਿਪੀਟ ਨਹੀਂ ਹੋਣੀਆਂ ਚਾਹੀਦੀਆਂ। ਹਾਂ, ਅਗਰ ਤੁਹਾਡਾ ਕੰਟੈਂਟ ਖਤਮ ਹੋ ਗਿਆ ਤਾਂ ਉੱਥੇ ਤੁਸੀਂ ਸਮਾਰਟ ਵਰਕ ਕਰਨਾ ਕਿ ਤੁਸੀਂ ਉਸ ਚੀਜ਼ ਨੂੰ ਪੈਰਾਫਰੇਜ਼ ਕਰ ਸਕਦੇ ਹੋ। ਮੀਨਸ ਬਦਲ ਕੇ ਬੋਲ ਸਕਦੇ ਹੋ, ਉਹਦੇ ਵਿੱਚ ਕੁਝ ਵਰਡਸ ਨੂੰ ਚੇਂਜ ਕਰ ਸਕਦੇ ਹੋ, ਉਹਦੀ ਜਗ੍ਹਾ ਤੇ ਸਿਮਿਲਰ ਵਰਡਸ ਯੂਜ਼ ਕਰ ਸਕਦੇ ਹੋ। ਸੋ ਇਹ ਟੈਕਨੀਕ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਕੰਟੈਂਟ ਦੇ ਬੇਸ ਤੇ ਵੀ ਤੁਹਾਡੀ ਚੈਕਿੰਗ ਹੁੰਦੀ ਆ। ਨੈਕਸਟ ਵਨ ਇਜ਼ CC। CC ਮੀਨਸ ਕੋਹੈਸ਼ਨ ਐਂਡ ਕੋਹੇਰੈਂਸ। ਮੀਨਸ ਤੁਹਾਡੀ ਇੱਕ ਲਾਈਨ ਦਾ ਦੂਸਰੀ ਲਾਈਨ ਦੇ ਨਾਲ ਕਿੰਨੀ ਕੁ ਕਨੈਕਟੀਵਿਟੀ ਹੈਗੀ ਆ ਐਂਡ ਕਿੰਨਾ ਕੁ ਤੁਸੀਂ ਕਨੈਕਟ ਕਰਕੇ ਬੋਲਦੇ ਹੈਗੇ ਹੋ, ਕਿੰਨੇ ਕੁ ਤੁਸੀਂ ਕਨੈਕਟਰਸ ਯੂਜ਼ ਕਰਦੇ ਹੋ। ਮੀਨਸ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਨਾ, ਮੈਨੂੰ ਇਹ ਚੀਜ਼ ਪਸੰਦ ਆ ਪਰ ਮੈਨੂੰ ਇਹ ਚੀਜ਼ ਕਰਨੀ ਜ਼ਿਆਦਾ ਪਸੰਦ ਆ। ਪਰ ਮੀਨਸ ਕਨੈਕਟ ਕੀਤਾ, ਕੰਪੈਰੀਜ਼ਨ ਕੀਤਾ। ਸੋ ਦੈਟ ਮੀਨਸ ਆ ਕੋਹੈਸ਼ਨ ਐਂਡ ਕੋਹੇਰੈਂਸ। ਵੀ ਜੇ ਮੈਂ ਤੁਹਾਡੇ ਤੋਂ ਮੂਵੀਜ਼ ਬਾਰੇ ਕੁਐਸਚਨ ਸੁਣ ਰਹੀ ਹਾਂ ਤਾਂ ਹਰੇਕ ਲਾਈਨ ਦੇ ਦੂਸਰੀ ਲਾਈਨ ਦੇ ਨਾਲ ਕਨੈਕਸ਼ਨ ਹੋਣਾ ਚਾਹੀਦਾ, ਕੋਈ ਗੱਲ ਬਣਨੀ ਚਾਹੀਦੀ ਆ। ਇਹ ਨਾ ਹੋਵੇ ਕਿ ਮੈਂ ਮੂਵੀਜ਼ ਬਾਰੇ ਕੁਐਸਚਨ ਸੁਣ ਰਹੀ ਹਾਂ, ਤੁਸੀਂ ਮੂਵੀਜ਼ ਬਾਰੇ ਆਨਸਰ ਕਰਦੇ ਕਰਦੇ ਤੁਸੀਂ ਸੀਰੀਅਲਸ ਬਾਰੇ ਗੱਲ ਕਰਨ ਲੱਗ ਗਏ, ਜਿੱਥੇ ਕਿ ਉਹਦੀ ਮਤਲਬ ਕਿ ਗੱਲ ਕਰਨ ਦੀ ਲੋੜ ਵੀ ਨਹੀਂ ਸੀ। ਲੋੜ ਤੋਂ ਇਲਾਵਾ ਤੁਸੀਂ ਉਹਦੇ ਬਾਰੇ
गल कर रहे हो। सो इत्थे तुहाडी कोहेशन एंड कोहेरेंस गड़बड़ हो जाती है। सो ये भी ध्यान रखना कि आपदा लिंक बना के रखना क्वेश्चन दे नाल एंड हरेक लाइन नूं पूरे वधिया तरीके दे नाल क्लैरीफाई करते हुए आंसर करना हैगा। एंड नैक्सट वन इज प्रोनाउंसिएशन भी थोड़ी प्रोनाउंसिएशन कितनी वधिया तुसीं किन्ना वधिया प्रोनाउंस करते हैगे हो वर्ड्स नूं। कई बच्चे पंजाबी टच दिंदे आ ड्यूरिंग स्पीकिंग जिहड़ी कि वधिया नहीं लगता हैगा। सो उन्होंने भी पता है कि ये अपनी लाइक मदर टंग नहीं हैगी है ना, कि ये अपना मतलब किसी नैचुरल स्पीकर नहीं है इंग्लिश के, बट एटलीस्ट असी ट्राई कर सकते हैं, असी वधिया बोल सकते हैं, असी सीख रहे हैं तो वधिया तरीके दे नाल सानू सीखना चाहिए ताकि सोहना लगे, उन्होंने भी समझ आवे। सो इस तरीके दे नाल सो एट द एंड साडी क्लैरिफिकेशन होनी चाहिए आ। मीनस जो भी असी क्वेश्चन बोल रहे हैं वो चंगे तरीके दे नाल समझ आना चाहिए। फॉर एग्जाम्पल कई बारी असी किसी नूं किसी पर्सन की स्टोरी दस रहे होंगे जिहदे बारे वो पर्सन जानता नहीं हुंदा, बट उसकी स्टोरी सुन के सारे माइंड दे विच इमेज बननी स्टार्ट हो जाती है कि हाँ उस जगह ते इदां होया होगा। सो वो की हुंदा क्लैरीफिकेशन, मतलब जो भी तुसी आंसर कर रहे हो वो एग्जामिनर के माइंड दे विच उहदे बारे इमेजिस बननियां चाहिए ने। मीनस उन्होंने चंगी तरह तुहाडे क्वेश्चनस क्लैरीफाई होने चाहिए ने। सो इन्हां दे बेस ते तुहाडी चैकिंग हुंदी है, मीनस तुहानूं बैंड स्कोर मिलते हैगे आ। तो जदों भी तुसी किसी भी क्वेश्चन नूं आंसर करना, सब तो पहली चीज़ तो यही ध्यान च रखनी आ कि तुहाडा क्वेश्चन जिहड़ा हैगा उहदे विच क्लैरीफिकेशन होवे। सैकेंड वन तुहाडा टॉपिक रिस्पॉन्स सही होवे। सो इन्हां दोनों चीज़ों को ध्यान रखते हुए सेंटेंस बनाने की कोशिश करोगे तो तुहाडी स्पीकिंग बहुत ज़्यादा इंटरस्टिंग एंड बहुत वधिया लगूगी। आई होप कि तुहानूं समझ आ गया होगा कि स्पीकिंग दे विच किहड़े-किहड़े पार्ट्स हुंदे ने एंड उहदी चैकिंग किस बेस ते हुंदी आ। जे तुहानूं ये वीडियो मेरी वधिया लगी दैन इस वीडियो नूं प्लीज़ लाइक जरूर करियो ते आपदे फ्रेंड्स दे नाल शेयर जरूर करियो ते मेरे इस चैनल को सबसक्राइब करना ना भूलियो ताकि मैं तुहाडे लई इस तरह दी वीडियोज़ लैके आउंदी रहां। क्योंकि मेरे इस चैनल का तो मेरा एक मेन मोटिव यही है कि तुहानूं मैं बिल्कुल सिंपल लैंगुएज दे विच तुहानूं ये समझावां कि आल्स दे विच की कुछ हुंदा, वो किस तरह दी रिक्वायरमेंट मतलब कि चाहिदी हुंदी है आल्स दे विच, किहड़ियां-किहड़ियां चीज़ां नूं लैके चैकिंग हुंदी आ। क्योंकि बहुत सारे बच्चों नूं यही बेसिक प्रॉब्लम्स आउंदियां ने कि उन्हां नूं समझ दे विच नहीं आउंदा हैगा कि असीं करना की हैगा। सो मेरे इस चैनल नूं जरूर सबसक्राइब करो ताकि तुसीं इस तरह दी वीडियोज़ देख के तुसीं आपदे माइंड दे विच इदां दे क्वेश्चनस नूं क्लैरीफाई कर पावो एंड बहुत वधिया तरीके दे नाल सीख पावो। सो मिलदे हां नवीं वीडियो दे नाल। बाय।